श्री वाहिगुरु साहिब जीओ। तिलंग काफी पातशाही दसवीं, केवल काल ही करतार। आदि अंत अनंत मूरत, गणन पंजन हार रहाओ। निंद उस्तत जौन के सम, सतर मितर न कोए। कौन बाट परितिसै, पथ सारथी रथ होए। तात मात न जात जाकर, पुत्र पौत्र मुकंद। कौन काज कहाएंगे, ते आन देवक नंद। देव दैत दिशा विशा, जेह कीन सर्ब पसार। कौन उपमा तौन को मुख, लेत नाम मुरार। देव दैत दिशा विशा, जेह कीन सर्ब पसार। कौन उपमा तौन को मुख, लेत नाम मुरार। वाहिगुरु जी का खालसा, वाहिगुरु जी की फतेह। साहिब सतगुरां दी पावन पवित्र हजूरी विच जुड़ बैठे सत संगी जनों, वडभागे हो। सतगुरां दी अमृतमयी पावन बाणी, शब्द हजारे पातशाही 10वीं दी लड़ीवार विचार आप जी श्रवण कर रहे हो। अज दा ये पावन शब्द जो आप जी ने हुणे श्रवण कीता, 10वें पातशाह गुरु गोबिंद सिंह सतगुरां दी मुबारक रसना तो उचारिया ये पावन शब्द, शब्द हजारे पातशाही 10वीं दा ये 7वां शब्द है। इस पावन शब्द के अंदर बख्शिश कीतियां सतगुरां दियां रहमतां, इस पावन शब्द के राही किवें मेरे पातशाह ने उस परमात्मा की उस्तत, उस परमात्मा की सिफत की, ये विचारां अज आपां विचारण का यतन करना है। सतगुरु कृपा करन। विचारां की आरंभता तो पहला अपने मन अपने चित्त नूं करो एकागर, रसना नूं करो पवित्र, ते करो गुरफतेह दी सांझ। वाहिगुरु जी का खालसा, वाहिगुरु जी की फतेह। अज दा ये पावन शब्द, इस शब्द के अंदर गुरुदेव पातशाह जी ने उस अकाल पुरख, उस परमात्मा का जिक्र किया। अज दे इस शब्द के अंदर मेरे पातशाह जी ने आख्या, भाई वो परमात्मा अकाल है। असल दे अंदर परमात्मा जिहड़ा है ना, शब्द बड़े कमाल दा वरतिया ते नाले भी कह दिता, भाई वो परमात्मा आद भी है, अनंत भी है, आद भी है, अंत भी है। वो परमात्मा ही है जिहड़ा गढ़न वाला भी है ते जिहड़ा भन्नन वाला भी है, सिरजन वाला भी ते नाश करन वाला भी वो आप है। साहिबां ने अज दे पहले ते रहाऊ वाले बंद विच आखिया, केवल काल ई करतार।
ਕੇਵਲ ਦਾ ਭਾਵ ਹੈ ਸਿਰਫ ਇਕੱਲਾ, ਕੋਈ ਹੋਰ ਦੂਜਾ ਨਹੀਂ। ਕੇਵਲ ਕਾਲ, ਕਾਲ ਦਾ ਭਾਵ ਸਮਾਂ ਲੈ ਲਈਏ, ਕਾਲ ਦਾ ਭਾਵ ਮੌਤ ਲੈ ਲਈਏ। ਕਾਲ ਹੀ ਕਰਤਾਰ। ਸੱਚੇ ਬਾਦਸ਼ਾਹ ਨੇ ਆਖਿਆ ਭਾਈ ਅਸਲ ਵਿੱਚ ਕਾਲ ਹੀ ਕਰਤਾਰ ਹੈ ਜਾਂ ਕਰਤਾਰ ਹੀ ਕਾਲ ਹੈ। ਜੇ ਇਸ ਪਾਸਿਓਂ ਵੀ ਆ ਜਾਈਏ, ਅਸਲ ਦੇ ਅੰਦਰ ਕਰਤਾਰ ਹੀ ਕਾਲ ਹੈ। ਵੇਖੋ ਉਹਦੇ ਵਾਸਤੇ ਜਿਹੜਾ ਸ਼ਬਦ ਵਰਤਿਆ ਗਿਆ ਗੁਰਬਾਣੀ ਵਿੱਚ ਰੋਜ਼ ਅਸੀਂ ਪੜ੍ਹਦੇ ਹਾਂ, ਅਕਾਲ ਹੈ, ਉਹ ਕਾਲ ਤੋਂ ਆਪ ਰਹਿਤ ਹੈ। ਇੱਥੇ ਥੋੜਾ ਜਿਹਾ ਇਹ ਸਮਝਣਾ ਹੈ, ਆਪ ਤੇ ਉਹ ਪਰਮਾਤਮਾ ਕਾਲ ਤੋਂ ਰਹਿਤ ਹੈ, ਪਰ ਬਾਕੀ ਸਾਰੀ ਕਾਇਨਾਤ ਦਾ ਕਾਲ ਉਹ ਪਰਮਾਤਮਾ ਆਪ ਹੈ। ਫਿਰ ਸਮਝਿਓ, ਕਿਉਂਕਿ ਜਿਹੜਾ ਸ਼ਬਦ ਹੈ ਨਾ ਕੇਵਲ ਕਾਲ ਹੀ ਕਰਤਾਰ, ਇਹਦੇ ਅਰਥ ਕਿਸੇ ਤਰੀਕੇ ਨਾਲ ਵੀ ਇੰਜ ਨਹੀਂ ਕੀਤੇ ਜਾਣਗੇ ਕਿ ਪਰਮਾਤਮਾ ਜਿਹੜਾ ਉਹ ਕਾਲ ਦੇ ਵਸ ਹੈ। ਪਰਮਾਤਮਾ ਕਾਲ ਦੇ ਵਸ ਨਹੀਂ ਹੈ, ਸਮੇਂ ਦੇ ਵਸ ਨਹੀਂ ਹੈ, ਮੌਤ ਦੇ ਵਸ ਨਹੀਂ ਹੈ। ਅਸਲ ਦੇ ਅੰਦਰ ਜਿੰਨੀ ਵੀ ਕਾਇਨਾਤ ਹੈ, ਜਿੰਨੇ ਵੀ ਜੀਵ ਹਨ, ਇਹ ਖੰਡ, ਇਹ ਬ੍ਰਹਿਮੰਡ ਹਨ, ਉਹਨਾਂ ਸਾਰਿਆਂ ਦਾ ਕਾਲ ਹੈ ਪਰਮਾਤਮਾ। ਫਿਰ ਅਗਲਾ ਜਿਹੜਾ ਅਗਲੀ ਪੰਕਤੀ ਕਹੀ ਆਦ, ਆਦ ਦਾ ਭਾਵ ਹੈ ਸਭ ਦਾ ਆਰੰਭ, ਅੰਤ, ਅਖੀਰ, ਅਨੰਤ ਮੂਰਤ। ਕੁਝ ਵਿਦਵਾਨਾਂ ਨੇ ਆਖਿਆ ਭਾਈ ਆਦ ਤੋਂ ਲੈ ਕੇ ਅੰਤ ਤੱਕ ਜਿੰਨੀਆਂ ਵੀ ਅਨੰਤ ਮੂਰਤਾਂ ਉਸ ਪਰਮਾਤਮਾ ਨੇ ਬਣਾਈਆਂ ਨੇ ਨਾ, ਆਦ ਤੋਂ ਲੈ ਕੇ ਅੰਤ ਤੱਕ ਜਿੰਨੀਆਂ ਵੀ ਅਨੰਤ ਮੂਰਤਾਂ ਉਸ ਪਰਮਾਤਮਾ ਨੇ ਬਣਾ ਦਿੱਤੀਆਂ, ਅਨੰਤ, ਜਿੱਥੇ ਗਿਣਤੀ ਖਤਮ ਹੋ ਜਾਏ। ਕਹਿੰਦੇ ਗੜਨ ਭੰਜਨਹਾਰ ਭਾਈ, ਆਦ ਤੋਂ ਲੈ ਕੇ ਅਨੰਤ ਤੱਕ ਜਿੰਨੀਆਂ ਉਸ ਪਰਮਾਤਮਾ ਨੇ ਮੂਰਤਾਂ ਬਣਾ ਦਿੱਤੀਆਂ, ਉਹਨਾਂ ਸਾਰੀਆਂ ਮੂਰਤਾਂ ਨੂੰ ਗੜਨ ਵਾਲਾ, ਗੜਨ ਦਾ ਅਰਥ ਹੈ ਬਣਾਉਣ ਵਾਲਾ, ਤੇ ਭੰਜਨਹਾਰ, ਭੰਜਨਹਾਰ ਦਾ ਅਰਥ ਹੈ ਉਹਨਾਂ ਸਾਰਿਆਂ ਨੂੰ ਭੰਨਣ ਵਾਲਾ, ਨਾਸ਼ ਕਰਨ ਵਾਲਾ, ਖਤਮ ਕਰਨ ਵਾਲਾ। ਉਹਨਾਂ ਸਾਰਿਆਂ ਨੂੰ ਬਣਾਉਣ ਵਾਲਾ ਵੀ ਆਪ ਹੈ ਤੇ ਉਹਨਾਂ ਸਾਰਿਆਂ ਨੂੰ ਭੰਨਣ ਵਾਲਾ ਵੀ ਉਹ ਕਾਲ ਆਪ ਹੈ। ਹੁਣ ਇੱਥੋਂ ਸਮਝ ਆਏਗੀ ਕੇਵਲ ਕਾਲ ਹੀ ਕਰਤਾਰ ਦੇ ਅਰਥ ਇਹ ਨੇ ਕਿ ਸਭ ਦਾ ਕਾਲ ਜਿਹੜਾ ਹੈ ਉਹ ਕਰਤਾਰ ਹੈ, ਸਭ ਦਾ ਅੰਤ ਜਿਹੜਾ ਹੈ ਉਹ ਪਰਮਾਤਮਾ ਕਰਤਾਰ ਦੇ ਹੱਥ, ਕਰਤਾਰ ਜਿਹੜਾ ਸਭ ਕੁਝ ਕਰਨ ਵਾਲਾ ਹੈ। ਵੇਖੋ ਕਈ ਵਾਰ ਜਦੋਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਆ ਤੇ ਬੜੇ ਹੈਰਾਨ ਕਰਨ ਵਾਲੀਆਂ ਗੱਲਾਂ ਆਉਂਦੀਆਂ ਨੇ। ਸਤਿਗੁਰੂ ਪਰਮਾਤਮਾ ਨੂੰ ਕਰਤਾਰ ਕਹਿ ਰਹੇ ਨੇ। ਕਰਤਾਰ ਦਾ ਅਰਥ ਹੈ ਕਰਨ ਵਾਲਾ, ਸਾਜਣ ਵਾਲਾ, ਬਣਾਉਣ ਵਾਲਾ। ਇੱਕ ਪਾਸੇ ਕਹਿ ਰਹੇ ਨੇ ਉਹ ਕਰਤਾਰ ਹੈ, ਸਭ ਕੁਝ ਬਣਾਉਣ ਵਾਲਾ, ਦੂਜੇ ਪਾਸੇ ਕਹਿ ਰਹੇ ਨੇ ਉਹ ਸਭ ਦਾ ਕਾਲ ਵੀ ਹੈ, ਸਭ ਨੂੰ ਭੰਨਣ ਵਾਲਾ ਵੀ ਹੈ, ਸਭ ਦਾ ਨਾਸ਼ ਕਰਨ ਵਾਲਾ ਵੀ ਹੈ। ਕੋਈ ਇਨਸਾਨ ਜਿਹੜਾ ਇਹਨਾਂ ਦੀਆਂ ਅਸੀਂ ਆਪਣੇ ਤੇ ਗੱਲ ਲੈ ਕੇ ਆ ਜਾਈਏ, ਅਸੀਂ ਕਿਸੇ ਚੀਜ਼ ਨੂੰ ਬਣਾਉਣੇ ਆ ਨਾ, ਉਹਨੂੰ ਖਤਮ ਕਰਨ ਤੇ ਉਹਨੂੰ ਨਾਸ਼ ਕਰਨ ਤੇ ਮਨ ਨਹੀਂ ਕਰਦਾ। ਅਸੀਂ ਕਿਸੇ ਵੀ ਚੀਜ਼ ਨੂੰ ਬਣਾ ਲਈਏ ਤੇ ਅਸੀਂ ਸਮਝਦੇ ਹਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਇਹ ਚੀਜ਼ ਇੱਥੇ ਕਾਇਮ ਰਹੇ ਤੇ ਨਿਸ਼ਾਨੀ ਰਹੇ ਵੀ ਫਲਾਂ ਬੰਦੇ ਨੇ ਇਹ ਚੀਜ਼ ਬਣਾਈ ਸੀ। ਅਸੀਂ ਕਦੇ ਸੋਚਦੇ ਵੀ ਨਹੀਂ ਆ ਕਿ ਇਹਦਾ ਅੰਤ ਵੀ ਆਏਗਾ, ਇਹ ਖਤਮ ਵੀ ਹੋਏਗੀ। ਅਸੀਂ ਕਹਿੰਦੇ ਟਿਕੀ ਰਹੇ, ਪਰ ਉਹ ਜਿਹੜਾ ਕਰਤਾ ਹੈ ਨਾ, ਉਹ ਕਰਤਾ ਉਹ ਬਣਾਉਂਦਾ ਵੀ ਹੈ ਤੇ ਉਹਨੂੰ ਪਤਾ ਵੀ ਹੈ ਮੈਂ ਇਹਨੂੰ ਇੱਕ ਦਿਨ ਖਤਮ ਵੀ ਕਰਨਾ ਹੈ। ਕੇਵਲ ਕਾਲ ਹੀ ਕਰਤਾਰ, ਕਰਤਾਰ ਹੀ ਕਾਲ ਹੈ, ਕਾਲ ਹੀ ਕਰਤਾਰ ਹੈ। ਆਦ ਅੰਤ ਅਨੰਤ ਮੂਰਤ ਗੜਨ ਭੰਜਨਹਾਰ। ਇਹ ਸਾਰੀਆਂ ਮੂਰਤਾਂ, ਜਦੋਂ ਮੂਰਤਾਂ ਦੀ ਗੱਲ ਆਉਂਦੀ ਹੈ ਨਾ, ਇੱਕ ਗੱਲ ਜ਼ਰੂਰ ਸਮਝਿਓ, ਅਸੀਂ ਪਰਮਾਤਮਾ ਦੇ ਦੋ ਰੂਪ ਲੱਖਦੇ ਹਾਂ। ਗੁਰੂ ਸਾਹਿਬ ਨੇ ਵੀ ਆਖਿਆ ਇੱਕ ਹੈ ਨਿਰਗੁਣ, ਇੱਕ ਹੈ ਸਰਗੁਣ। ਇਹ ਨਹੀਂ ਕਿ ਜੇ ਅਨੰਤ ਮੂਰਤਾਂ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਉਹਨਾਂ ਨੂੰ ਬਣਾ ਕੇ ਨਾਸ਼ ਕਰਨ ਵਾਲਾ ਪਰਮਾਤਮਾ ਹੈ, ਤੇ ਇਹ ਗੱਲ ਜ਼ਰੂਰ ਸਮਝਣੀ ਹੈ ਇਹਨਾਂ ਅਨੰਤ ਮੂਰਤਾਂ ਦੇ ਅੰਦਰ ਬੈਠਾ ਵੀ ਉਹ ਪਰਮਾਤਮਾ ਆਪ ਜੇ। ਇਹ ਜਿੰਨੀਆਂ ਵੀ ਅਨੰਤ ਮੂਰਤਾਂ ਨੇ ਨਾ, ਇਹ ਬਣਾਈਆਂ ਵੀ ਉਸੇ ਪਰਮਾਤਮਾ ਨੇ ਤੇ ਇਹਦੇ ਅੰਦਰ ਬੈਠਾ ਵੀ ਆਪ ਹੈ। ਇਹਦੇ ਤੋਂ ਪਾਸੇ ਹੋ ਕੇ ਨਹੀਂ ਬੈਠਾ। ਅਸੀਂ ਆ ਰੋਜ਼ ਸ਼ਬਦ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰਤੀ ਏ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ, ਰੋਜ਼ ਪੜ੍ਹਦੇ ਹਾਂ ਅਸੀਂ। ਇਹਦਾ ਜਿਹੜਾ ਅਗਲਾ ਬੰਦ ਹੈ ਨਾ, ਇਸ ਸ਼ਬਦ ਦਾ ਅਗਲਾ ਬੰਦ, ਜਿੱਥੇ ਗੁਰੂ ਬਾਬੇ ਨੇ ਆਖਿਆ ਕਿ ਸਹਿਸ ਤਵ ਨੈਣ, ਇਹ ਪਰਮਾਤਮਾ
ਆ ਜਿਹੜਾ ਤਵ ਸ਼ਬਦ ਹੈ ਨਾ, ਤਵ ਇਹ ਪਰਮਾਤਮਾ ਲਈ ਵਰਤਿਆ ਗਿਆ। ਆਖਿਆ ਹੈ ਪਰਮਾਤਮਾ ਸਹਿਸ ਤਵ ਨੈਣ ਤੇਰੀਆਂ ਹਜ਼ਾਰਾਂ ਅੱਖਾਂ ਨੇ। ਜਿਹੜਾ ਅਨੰਤ ਮੂਰਤ ਦਾ ਮੈਂ ਇੱਥੇ ਜ਼ਿਕਰ ਕਰ ਰਿਹਾ, ਅਨੰਤ ਮੂਰਤਾਂ ਉਸ ਪਰਮਾਤਮਾ ਨੇ ਬਣਾ ਦਿੱਤੀਆਂ, ਅਨੰਤ। ਤੇ ਇਹਨਾਂ ਅਨੰਤ ਮੂਰਤਾਂ ਨੂੰ ਬਣਾ ਕੇ ਇਹਨਾਂ ਅਨੰਤ ਮੂਰਤਾਂ ਦੇ ਅੰਦਰ ਬੈਠਾ ਵੀ ਉਹ ਆਪ ਹੈ। ਆਪ ਬੈਠਾ ਇਹਨਾਂ ਅਨੰਤ ਮੂਰਤਾਂ ਦੇ ਅੰਦਰ। ਇਹ ਅਸਲੀਅਤ ਹੈ, ਇਹ ਸੱਚਾਈ ਹੈ। ਆਦ ਅੰਤ ਅਨੰਤ ਮੂਰਤ, ਜਿਹੜੀਆਂ ਅਨੰਤ ਮੂਰਤਾਂ ਦੇ ਅੰਦਰ ਬੈਠਾ ਕਿਵੇਂ ਆ? ਗੁਰੂ ਨਾਨਕ ਸਾਹਿਬ ਮੇਰੇ ਬਾਬੇ ਨੇ ਆਖਿਆ, ਕਹਿੰਦੇ ਸਹਿਸ ਤਵ ਨੈਣ, ਐ ਪਰਮਾਤਮਾ ਤੇਰੇ ਹਜ਼ਾਰਾਂ ਨੈਣ ਹਨ। ਸਹਿਸ ਦਾ ਅਰਥ ਹੈ ਹਜ਼ਾਰਾਂ। ਤੇ ਪਤਾ ਨਾਲ ਹੀ ਅਗਲਾ ਬਚਨ ਕੀ ਕਹਿ ਦਿੱਤਾ? ਆਖਿਆ ਨਨ ਨੈਣ ਹੈ ਤੋਹੇ ਕਉ, ਐ ਪਰਮਾਤਮਾ ਤੇਰੀ ਇੱਕ ਵੀ ਅੱਖ ਨਹੀਂ। ਸਰਗੁਣ ਤੇ ਨਿਰਗੁਣ ਦੋਨਾਂ ਦਾ ਜ਼ਿਕਰ ਕਰ ਦਿੱਤਾ। ਇੱਕ ਪਾਸੇ ਆਖਦੇ ਨੇ ਜਦੋਂ ਤੂੰ ਸਾਰਿਆਂ ਦੇ ਅੰਦਰ ਵਸਿਆ, ਇਹ ਸਾਰੀਆਂ ਅੱਖਾਂ ਤੇਰੀਆਂ ਨੇ, ਤੇ ਜਦੋਂ ਇਹਨਾਂ ਸਾਰਿਆਂ ਤੋਂ ਬਾਹਰ ਬੈਠਾ ਹੈ ਨਾ, ਮਾਇਆ ਦੀ ਕਾਲਕ ਤੋਂ ਰਹਿਤ ਹੋ ਕੇ, ਤੇ ਪਰਮਾਤਮਾ ਤੇਰੀ ਇੱਕ ਵੀ ਅੱਖ ਨਹੀਂ। ਅਨੰਤ ਮੂਰਤ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਅਨੰਤ ਮੂਰਤ। ਸਹਿਸ ਮੂਰਤ, ਇਹ ਹਜ਼ਾਰਾਂ ਮੂਰਤਾਂ ਤੇਰੀਆਂ ਨੇ, ਨਨ ਏਕ ਤੋਹੀ, ਸੱਚੇ ਪਾਤਸ਼ਾਹ ਤੇਰੀ ਤੇ ਇੱਕ ਵੀ ਮੂਰਤ ਨਹੀਂ ਹੈ। ਰੋਜ਼ ਪੜ੍ਹਦੇ ਹਾਂ ਅਸੀਂ, ਵੇਖੋ ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਇੱਥੇ ਇਹਦਾ ਵਿਸ਼ਰਾਮ ਇੱਥੇ ਰੁਕਣਾ ਹੈ। ਤੇਰੇ ਹਜ਼ਾਰਾਂ ਪੈਰ ਨੇ ਜਿਹੜੇ ਮਲ ਤੋਂ ਰਹਿਤ ਨੇ, ਸੱਚੇ ਪਾਤਸ਼ਾਹ ਤੇਰਾ ਇੱਕ ਵੀ ਪੈਰ ਨਹੀਂ। ਗੰਧ ਬਿਨ, ਗੰਧ ਕਹਿੰਦੇ ਨੇ ਨੱਕ ਨੂੰ। ਸਹਿਸ ਤਵ ਗੰਧ ਵਿਚਲਤ ਮੋਹੀ, ਇੱਕ ਵੀ ਨੱਕ ਨਹੀਂ। ਫਿਰ ਆਖਿਆ ਹਜ਼ਾਰਾਂ ਤੇਰੇ ਨੱਕ ਨੇ। ਅਸਲ ਵਿੱਚ ਭਾਵ ਕੀ ਹੈ? ਜਦੋਂ ਆਖਿਆ ਨਾ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹ ਸਾਰਿਆਂ ਦੇ ਅੰਦਰ ਜਦੋਂ ਬੈਠਾ ਹੈ ਤੇ ਸਭ ਕੁਝ ਉਹਦਾ ਹੈ, ਤੇ ਜਦੋਂ ਨਿਰਲੇਪ ਹੋ ਕੇ ਬੈਠਾ ਹੈ ਤੇ ਉਹਦਾ ਕੁਝ ਵੀ ਨਹੀਂ ਹੈ। ਇਹ ਅਨੰਤ ਮੂਰਤ ਜਿਹੜਾ ਸ਼ਬਦ ਹੈ ਨਾ, ਕਿ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ। ਉਹਨੇ ਆਦ ਤੋਂ ਲੈ ਕੇ ਅੰਤ ਤੱਕ ਜਿੰਨੀਆਂ ਵੀ ਮੂਰਤਾਂ ਬਣਾਈਆਂ, ਇਹਦਾ ਇੱਕ ਹੋਰ ਅਰਥ ਵੀ ਕਰਦੇ ਨੇ। ਪਰਮਾਤਮਾ ਆਦ ਹੈ, ਜਿਹਨੂੰ ਆਦ ਸੱਚ ਕਿਹਾ ਗਿਆ, ਅੰਤ ਤੱਕ ਵੀ ਸੱਚ ਹੈ। ਅਨੰਤ ਮੂਰਤਾਂ ਉਸ ਪਰਮਾਤਮਾ ਦੀਆਂ ਹਨ, ਤੇ ਸਭ ਕੁਝ ਗੜਨ ਵਾਲਾ ਭੰਜਨ ਵਾਲਾ ਉਹ ਆਪ ਹੈ। ਬਣਾਉਣ ਵਾਲਾ ਤੇ ਖਤਮ ਕਰਨ ਵਾਲਾ। ਅਗਲਾ ਬਚਨ ਮੇਰੇ ਪਾਤਸ਼ਾਹ ਨੇ ਰਹਾਉ ਕਹਿ ਕੇ ਆਖਿਆ, ਕਹਿੰਦੇ ਨਿੰਦ ਉਸਤਤ ਜਾਉਣ ਕੇ ਸਮ ਸਤਰ ਮਿੱਤਰ ਨਾ ਕੋਈ। ਉਸ ਪਰਮਾਤਮਾ ਦੀ ਇੱਕ ਸਿਫਤ ਹੈ, ਉਸ ਪਰਮਾਤਮਾ ਨੂੰ ਲਾਲਸਾ ਨਹੀਂ ਇਸ ਗੱਲ ਦੀ ਕਿ ਕੋਈ ਮੇਰੀ ਨਿੰਦਿਆ ਕਰਦਾ ਰਵੇ, ਕੋਈ ਮੇਰੀ ਉਸਤਤ ਕਰਦਾ ਰਵੇ। ਉਹਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਇਹ ਪਰਵਾਹ ਸਾਨੂੰ ਆਮ ਲੋਕਾਂ ਨੂੰ ਹੁੰਦੀ ਏ ਕਿ ਕੋਈ ਸਾਡੀ ਨਿੰਦਿਆ ਕਰ ਰਿਹਾ ਹੈ, ਅਸੀਂ ਉਹਨੂੰ ਕਹਿੰਦੇ ਬੜਾ ਮਾੜਾ ਇਨਸਾਨ ਹੈ। ਇਹਨੂੰ ਕੀ ਪਤਾ? ਤੇ ਜਿਹੜਾ ਬੰਦਾ ਸਾਡੀ ਵਡਿਆਈ ਕਰਦਾ ਹੋਏਗਾ, ਅਸੀਂ ਕਵਾਂਗੇ ਕਿ ਦੁਨੀਆ ਦੇ ਅੰਦਰ ਇਹਦੇ ਤੋਂ ਭਲਾ, ਇਹਦੇ ਤੋਂ ਚੰਗਾ ਬੰਦਾ ਕੋਈ ਦੂਜਾ ਨਹੀਂ। ਇਹ ਸਾਡਾ ਇਨਸਾਨਾਂ ਦਾ ਹਰ ਇੱਕ ਦਾ ਸੁਭਾਅ ਹੈ, ਮੇਰਾ ਵੀ ਤੇ ਤੁਹਾਡਾ ਵੀ, ਸਭ ਦਾ। ਸੱਚੇ ਬਾਦਸ਼ਾਹ ਜੀ ਨੇ ਆਖਿਆ, ਕਹਿੰਦੇ ਪਰਮਾਤਮਾ ਇਹੋ ਜਿਹਾ ਨਹੀਂ। ਨਿੰਦ ਉਸਤਤ, ਨਿੰਦਾ ਤੇ ਉਸਤਤ ਵਡਿਆਈ ਜਾਉਣ ਕੇ ਸਮ, ਉਹਦੇ ਲਈ ਦੋਨੋਂ ਸਮਾਨ ਨੇ, ਦੋਨੋਂ ਬਰਾਬਰ ਨੇ। ਉਸਤਤ ਨਿੰਦਾ ਸਮ ਕਰ ਜਾਣਾ, ਔਰ ਮਾਨ ਅਪਮਾਨਾ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ। ਇੱਥੇ ਜਨ ਸ਼ਬਦ ਕਰਕੇ ਸੰਬੋਧਨ ਉਹਨਾਂ ਨੇ ਕੀਤਾ। ਜਨ ਜਿਹੜਾ ਹੈ ਨਾ, ਪਰਮਾਤਮਾ ਨਾਲ ਜਿਹੜਾ ਇੱਕਮਿਕ ਹੋ ਗਿਆ, ਉਹ ਵੀ ਪਰਮਾਤਮਾ ਵਰਗਾ ਬਣ ਗਿਆ ਨਾ। ਕਿਉਂਕਿ ਗੁਰੂ ਸਾਹਿਬ ਨੇ ਖੁਦ ਕਿਹਾ ਹੈ, ਹਰ ਹਰ ਜਨ ਦੋਏ ਏਕ ਹੈ। ਹਰ ਤੇ ਹਰੀ ਦਾ ਜਨ, ਪਰਮਾਤਮਾ ਤੇ ਪਰਮਾਤਮਾ ਦਾ ਜਨ, ਉਹਦਾ ਸੇਵਕ। ਪਹਿਲਾਂ ਦੋਏ ਸ਼ਬਦ ਕਿਹਾ, ਫਿਰ ਕਹਿ ਦਿੱਤਾ ਇੱਕ ਹੈ, ਇੱਕ ਏ। ਉਹਨਾਂ ਵਿੱਚ ਕੋਈ ਭੇਦ ਨਹੀਂ ਹੈ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੈ ਸਮਾਏ। ਹਰੀ ਤੇ ਹਰੀ ਦਾ ਜਨ, ਇੱਥੇ ਜਨ ਕਹਿ ਕੇ ਕਿਹਾ। ਮੈਂ ਇਹੀ ਬੇਨਤੀ ਕਰ ਰਿਹਾ, ਨਿੰਦ ਉਸਤਤ ਜਾਉਣ ਕੇ ਸਮ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਕਹਿੰਦੇ ਉਹ ਇਨਸਾਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਅਸਲ ਵਿੱਚ ਪਰਮਾਤਮਾ ਦੀ ਉਸਤਤ, ਪਰਮਾਤਮਾ ਦੀ ਵਡਿਆਈ ਵੀ ਇਹ ਹੈ, ਪਰਮਾਤਮਾ ਦੀ ਪਰਿਭਾਸ਼ਾ ਵੀ ਇਹ ਹੈ, ਤੇ ਪਰਮਾਤਮਾ ਦਾ ਸੇਵਕ ਵੀ ਉਹਦੇ ਵਰਗਾ ਬਣ ਜਾਂਦਾ ਹੈ, ਉਹਦੇ ਸਮਾਨ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਆਖਿਆ, ਭਾਈ ਉਹ ਜਿਹੜਾ ਦੁੱਖ ਆਉਣ ਦੇ ਬਾਵਜੂਦ ਵੀ ਦੁੱਖ ਨਹੀਂ ਮੰਨਦਾ,
ਜਿਹਦੇ ਅੰਦਰ ਨਾ ਸੁੱਖ ਹੈ, ਨਾ ਸਨੇਹ ਦੀ ਭਾਵਨਾ ਹੈ, ਨਾ ਉਹਦੇ ਅੰਦਰ ਭੈ ਹੈ। ਕੰਚਨ ਮਾਟੀ ਮਾਨੈ, ਉਹ ਤੇ ਸੋਨੇ ਨੂੰ ਵੀ ਮਿੱਟੀ ਕਰਕੇ ਸਮਝਦਾ ਹੈ। ਅੱਗੇ ਮੇਰੇ ਬਾਦਸ਼ਾਹ ਨੇ ਜਿਹੜੇ ਬਚਨ ਕਹੇ ਨਾ, ਉਸਤਤ ਨਿੰਦਾ ਸਮ ਕਰ ਜਾਣੈ, ਅੱਗੇ ਜਾ ਕੇ ਆ ਉਸਤਤ ਨਿੰਦਾ ਸਮ ਕਰ ਜਾਣੈ ਔਰ ਮਾਨ ਅਪਮਾਨਾ। ਉਹ ਉਸਤਤ ਨੂੰ ਤੇ ਨਿੰਦਿਆ ਨੂੰ ਬਰਾਬਰ ਸਮਝਦਾ ਏ, ਤੇ ਮਾਨ ਤੇ ਅਪਮਾਨ, ਮਾਨ ਕਹਿੰਦੇ ਨੇ ਇੱਜ਼ਤ ਨੂੰ, ਅਪਮਾਨ ਬੇਇੱਜ਼ਤੀ, ਉਹ ਇਹਨਾਂ ਦੋਨਾਂ ਨੂੰ ਵੀ ਸਮਾਨ ਸਮਝਦਾ ਹੈ। ਭਗਤਾਂ ਦਾ ਇੱਕ ਸੁਭਾਅ ਏ ਤੇ ਪ੍ਰਮਾਤਮਾ ਦਾ ਵੀ ਉਹੋ ਜਿਹਾ ਹੈ। ਭਗਤਾਂ ਦਾ ਸੁਭਾਅ ਏ ਕੋਈ ਨਿੰਦਿਆ ਕਰਦਾ ਰਵੇ, ਭਗਤ ਪ੍ਰਵਾਹ ਨਹੀਂ ਨਾ ਕਰਦੇ, ਤੇ ਪ੍ਰਮਾਤਮਾ ਵੀ ਪ੍ਰਵਾਹ ਨਹੀਂ ਕਰਦਾ। ਪ੍ਰਮਾਤਮਾ ਤੇ ਇੰਨਾ ਕੁ ਬੇਅੰਤ ਹੈ ਨਾ, ਇੰਨਾ ਕੁ ਬੇਅੰਤ, ਜੇ ਕੋਈ ਉਸ ਪ੍ਰਮਾਤਮਾ ਦੀ ਨਿੰਦਿਆ ਕਰਦਾ ਵੀ ਰਵੇ, ਉਹਦੀ ਉਸਤਤ ਨਾ ਕਰੇ, ਉਹਦੀ ਵਡਿਆਈ ਨਾ ਕਰੇ, ਉਸ ਪ੍ਰਮਾਤਮਾ ਨੂੰ ਯਾਦ ਨਾ ਵੀ ਕਰੇ, ਤਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ, ਔਰ ਰੋਹ ਵਿੱਚ ਆ ਕੇ ਰੂਹਾਂ ਦੀ ਰੋਜ਼ੀ ਬੰਦ ਨਹੀਂ ਜੇ ਕਰਦਾ, ਫਿਰ ਵੀ ਨਹੀਂ ਕਰਦਾ। ਇਹ ਸੱਚਾਈ ਹੈ। ਇਨਸਾਨ ਭਾਵੇਂ ਉਸ ਪ੍ਰਮਾਤਮਾ ਨੂੰ ਯਾਦ ਕਰੇ ਜਾਂ ਨਾ ਕਰੇ, ਉਹਦੀ ਵਡਿਆਈ ਕਰੇ ਜਾਂ ਨਾ ਕਰੇ, ਉਹਨੂੰ ਪਰਵਾਹ ਨਹੀਂ। ਉਸਤਤ ਨਿੰਦ ਉਸਤਤ ਜਾਉਣ ਕੇ ਸਮ, ਉਹਦੇ ਲਈ ਨਿੰਦ ਤੇ ਉਸਤਤ ਇੱਕ ਬਰਾਬਰ ਹੈ। ਸੱਤਰ ਮਿੱਤਰ ਨਾ ਕੋਏ, ਨਾ ਕੋਈ ਉਹਦਾ ਸ਼ਤਰੂ ਹੈ, ਨਾ ਉਹਦਾ ਕੋਈ ਮਿੱਤਰ। ਭਾਵੇਂ ਨਹੀਂ ਇਹ ਮੇਰਾ ਸ਼ਤਰੂ, ਇਹਦੇ ਤੋਂ ਮੈਂ ਮੂੰਹ ਮੋੜ ਲੈਣਾ, ਇਹ ਮੇਰਾ ਮਿੱਤਰ, ਇਹਨੂੰ ਮੈਂ ਜੱਫੀ ਪਾ ਕੇ। ਹਾਂ, ਉਹਦੇ ਲਈ ਮਿੱਤਰ ਕੌਣ ਹੁੰਦਾ ਹੈ? ਜਿਹੜਾ ਪਰਮਾਤਮਾ ਦਾ ਭਗਤ, ਜਿਹੜਾ ਪਿਆਰਾ ਬਣ ਜਾਂਦਾ ਹੈ ਨਾ, ਉਹ ਉਹਦਾ ਮਿੱਤਰ ਹੈ। ਖਾਸ ਕੋਈ ਮਿੱਤਰ ਨਹੀਂ, ਜਾਂ ਉਹਦੇ ਲਈ ਕੋਈ ਕੈਟੇਗਰੀ ਵੱਖਰੀ ਨਹੀਂ ਉਹ ਰੱਖਦਾ ਕਿ ਆਹ ਮੇਰੇ ਆਪਣੇ ਨੇ, ਆਹ ਮੇਰੇ ਬੇਗਾਨੇ, ਇਸ ਪਾਸੇ ਹੋ ਜਾਣੇ, ਇਸ ਪਾਸੇ ਹੋ ਜਾਣੇ। ਉਹ ਕੋਈ ਵੱਖਰੀ ਕੈਟੇਗਰੀ ਨਹੀਂ ਰੱਖਦਾ। ਕਹਿੰਦੇ ਨਿੰਦ ਉਸਤਤ ਜਾਉਣ ਕੇ ਸਮ, ਸੱਤਰ ਮਿੱਤਰ ਨਾ ਕੋਏ, ਨਾ ਕੋਈ ਸ਼ਤਰੂ ਨਾ ਕੋਈ ਮਿੱਤਰ। ਨਾ ਉਹਨੂੰ ਉਸਤਤ ਦਾ ਫਿਕਰ, ਨਾ ਉਹਨੂੰ ਇਸ ਗੱਲ ਦਾ ਫਿਕਰ ਕੋਈ ਮੇਰੀ ਨਿੰਦ ਕਰ ਰਿਹਾ ਹੈ, ਕੋਈ ਮੇਰੀ ਨਿੰਦਿਆ ਕਰ ਰਿਹਾ ਹੈ। ਇਹ ਗੱਲ ਜ਼ਰੂਰ ਹੈ, ਜਿਹੜੇ ਇਨਸਾਨ ਉਹਨੂੰ ਯਾਦ ਕਰਦੇ, ਚੰਗੇ ਕਰਮ ਕਰਦੇ ਨੇ, ਉਹਨਾਂ ਤੇ ਖੁਸ਼ ਜ਼ਰੂਰ ਹੁੰਦਾ ਹੈ। ਜਿਹੜੇ ਇਨਸਾਨ ਕਰਮ ਚੰਗੇ ਕਰਦੇ ਨੇ ਨਾ ਆਪਣੇ ਜੀਵਨ ਦੇ ਅੰਦਰ, ਭਲੇ ਕਰਮ ਕਰਦੇ ਨੇ, ਨਾਲ ਨਾਲ ਯਾਦ ਕਰਦੇ ਨੇ ਉਹਨੂੰ ਚੇਤੇ ਦੇ ਅੰਦਰ, ਚਿੱਤ ਦੇ ਅੰਦਰ ਰੱਖਦੇ ਨੇ, ਉਹ ਉਹਦੇ ਮਿੱਤਰ ਬਣ ਜ਼ਰੂਰ ਜਾਂਦੇ ਨੇ। ਗੱਲ ਪੱਕੀ ਹੈ। ਪ੍ਰਮਾਤਮਾ ਮੀਤ ਹੈ, ਪ੍ਰਮਾਤਮਾ ਮਿੱਤਰ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜੇ ਅਸੀਂ ਕਹੀਏ ਕਿ ਉਹ ਇੱਕ ਵੱਖਰੀ ਕੈਟੇਗਰੀ ਬਣਾ ਕੇ ਆਪਣੇ ਨਾਲ ਰੱਖ ਲੈਂਦਾ ਵੀ ਇਹ ਮੇਰੇ ਆਪਣੇ ਨੇ, ਬਾਕੀਆਂ ਦੇ ਮੂੰਹ ਮੋੜ ਲਏਗਾ, ਇਹ ਗੱਲ ਨਹੀਂ। ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਜਿਹੜੇ ਬੋਲ ਕਹੇ ਨੇ ਨਾ ਉਸ ਪ੍ਰਮਾਤਮਾ ਦੇ ਬਾਰੇ, ਪਹਿਲੀ ਗੱਲ ਕਾਲ ਹੈ। ਉਹ ਪ੍ਰਮਾਤਮਾ ਖੁਦ ਕਾਲ ਹੈ। ਨਮਸਤਵੰ ਅਕਾਲੇ ਅਸੀਂ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ, ਜਿੱਥੇ ਪ੍ਰਮਾਤਮਾ ਦੇ ਨਾਮ ਲੈ ਕੇ, ਕਰਮ ਨਾਮ ਲੈ ਕੇ ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦੀ ਉਸਤਤ ਕੀਤੀ ਗਈ। ਉੱਥੇ ਪ੍ਰਮਾਤਮਾ ਦੀ ਸ਼ਬਦ ਵਰਤੇ ਗਏ ਨੇ, ਪ੍ਰਮਾਤਮਾ ਤੂੰ ਅਕਾਲ ਹੈ ਤੇ ਮੈਂ ਤੈਨੂੰ ਸਿਰ ਝੁਕਾ ਕੇ ਤੇਰੇ ਅੱਗੇ ਨਮਸਕਾਰ ਕਰਦਾ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਅਰੂਪੇ ਅਨੂਪੇ, ਬੜੇ ਨਾਮ ਪ੍ਰਮਾਤਮਾ ਦੇ ਲੈ ਕੇ। ਉਹ ਕਾਲ ਹੈ, ਸਭ ਦਾ ਕਾਲ ਹੈ। ਸਭ ਕੋ ਕਾਲ ਸਭਨ ਕੋ ਕਰਤਾ। ਸਭ ਦੇਖੋ ਪਹਿਲਾਂ ਕਾਲ ਸ਼ਬਦ ਆਇਆ, ਸਭ ਕੋ ਕਾਲ, ਸਭ ਦੀ ਮੌਤ ਵੀ ਉਹ ਆਪ ਹੈ, ਤੇ ਸਭਨ ਕੋ ਕਰਤਾ, ਸਭ ਨੂੰ ਸਾਜਣ ਵਾਲਾ, ਬਣਾਉਣ ਵਾਲਾ ਵੀ ਆਪ ਹੈ। ਅੱਜ ਆਖਿਆ ਕੇਵਲ ਕਾਲਈ ਕਰਤਾਰ, ਆਦ ਅੰਤ ਅਨੰਤ ਮੂਰਤ, ਗੜਨ ਭੰਜਨਹਾਰ। ਗੜਨ ਵਾਲਾ, ਭੰਨਣ ਵਾਲਾ, ਸਭ ਕੁਝ ਪਰਮਾਤਮਾ ਆਪ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਕਈ ਵਾਰ ਮਨ ਦੇ ਅੰਦਰ ਇਹ ਵਿਚਾਰਾਂ ਆਉਂਦੀਆਂ ਨੇ, ਕਈ ਵਾਰ ਕਿਉਂਕਿ ਜਦੋਂ ਇਤਿਹਾਸ ਅਸੀਂ ਪੜ੍ਹਦੇ ਹਾਂ ਨਾ, ਇਤਿਹਾਸ, ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਪ੍ਰਮਾਤਮਾ ਸੱਚਮੁੱਚ ਉਹਦਾ ਕੋਈ ਸ਼ਤਰੂ ਨਹੀਂ ਤੇ ਉਹਦਾ ਕੋਈ ਮਿੱਤਰ ਨਹੀਂ। ਇਹ ਨਹੀਂ ਕਿ ਜੇ ਮਿੱਤਰ ਕੱਲ ਨੂੰ ਸ਼ਤਰੂ ਬਣ ਕੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਪ੍ਰਮਾਤਮਾ ਉਹਦੇ ਵਿਰੁੱਧ ਹੋ ਜਾਏਗਾ, ਇਦਾਂ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪੰਕਤੀ ਹੈ, ਰਾਮਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ। ਰਾਮਚੰਦ ਕੀ ਲਸ਼ਟਕਾ, ਇਹਦੇ ਨਾਲ ਇੱਕ ਸਾਖੀ ਜਿਹੜੀ ਉਹ ਅਟੈਚ ਕੀਤੀ ਜਾਂਦੀ ਹੈ। ਫਰੀਦਕੋਟ ਵਾਲੇ ਟੀਕੇ ਵਿੱਚ ਉਹਨਾਂ ਲਿਖਿਆ, ਥੋੜਾ ਜਿਹਾ ਧਿਆਨ ਨਾਲ ਸੁਣਿਓ, ਇਹ ਸਾਨੂੰ ਬੜਾ ਕੁਝ ਸਮਝਾਉਂਦੀ ਹੈ ਸਾਖੀ, ਬੜਾ ਕੁਝ। ਕਹਿੰਦੇ ਪਰਮਾਤਮਾ ਨੇ ਹਰਨਾਕਸ਼ ਨੂੰ ਮਾਰ ਦਿੱਤਾ। ਅਸੀਂ ਇੱਥੋਂ ਤੱਕ ਇਤਿਹਾਸ ਪੜ੍ਹਿਆ ਨਾ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇੱਥੋਂ ਤੱਕ ਅਸੀਂ ਪੜ੍ਹਿਆ, ਬੜਾ ਪੜ੍ਹਿਆ, ਬੜਾ ਸੁਣਿਆ, ਬੜਿਆਂ ਨੇ ਸੁਣਾਇਆ।
ਕਿ ਹਰਨਾਕਸ਼ ਫਾਰੇ ਕਰ ਆਜ ਪ੍ਰਮਾਤਮਾ ਨੇ ਚੀਰ ਕੇ ਰੱਖ ਦਿੱਤਾ ਹਰਨਾਕਸ਼ ਨੂੰ ਮਾਰ ਦਿੱਤਾ ਤੇ ਉਹਦੀ ਜਗ੍ਹਾ ਤੇ ਪ੍ਰਹਿਲਾਦ ਨੂੰ ਬਿਠਾ ਦਿੱਤਾ ਗਿਆ। ਪ੍ਰਹਿਲਾਦ ਨੂੰ ਰਾਜਾ ਬਣਾ ਦਿੱਤਾ। ਇੱਥੋਂ ਤੱਕ ਅਸੀਂ ਪੜ੍ਹਿਆ ਬੜੀ ਵਾਰ। ਹੁਣ ਇੱਕ ਗੱਲ ਧਿਆਨ ਨਾਲ ਸਮਝਿਓ, ਪ੍ਰਹਿਲਾਦ ਤੇ ਰਾਜਾ ਬਣ ਗਿਆ, ਪ੍ਰਹਿਲਾਦ ਤੇ ਬਾਦਸ਼ਾਹ ਬਣ ਗਿਆ, ਪਰ ਬਾਕੀ ਮੰਤਰੀ ਸੰਤਰੀ ਤੇ ਉਹੀ ਨੇ ਨਾ, ਜਿਹੜੇ ਹਰਨਾਕਸ਼ ਦੇ ਮੰਤਰੀ ਸੰਤਰੀ ਸਨ ਉਹੀ ਨੇ। ਸਾਡੇ ਨਾਲ ਕੌਣ ਨੇ, ਕਿਹੋ ਜਿਹੇ ਨੇ, ਇਹਨਾਂ ਤੇ ਬੜਾ ਕੁਝ ਡਿਪੈਂਡ ਕਰਦਾ ਹੈ। ਇਹ ਸਮਾਂ ਬੜਾ ਕੁਝ ਸਿਖਾਉਂਦਾ ਵੀ ਹੈ। ਕਹਿੰਦੇ ਜਿੰਨੇ ਵੀ ਮੰਤਰੀ ਨੇ ਨਾ ਸਾਰਿਆਂ ਨੇ ਉਹਨੂੰ ਕਹਿੰਦੇ ਰਹਿਣਾ ਪ੍ਰਹਿਲਾਦ ਨੂੰ, ਪ੍ਰਹਿਲਾਦ ਤੇਰੇ ਪਿਓ ਦਾ ਕਾਤਲ ਰੱਬ ਏ, ਪਰਮਾਤਮਾ ਏ, ਤੇਰੇ ਪਿਓ ਨੂੰ ਵਿਸ਼ਨੂੰ ਨੇ ਮਾਰਿਆ। ਇਹਨੇ ਸੁਣ ਕੇ ਵੀ ਅਣਸੁਣਿਆ ਕਰ ਦੇਣਾ, ਪਰ ਜਾਣਦਾ ਹੈ ਪਰਮਾਤਮਾ ਬੇਅੰਤ ਹੈ, ਜਾਣਦਾ ਹੈ। ਪਰ ਜਦੋਂ ਪੱਥਰ ਤੇ ਵੀ ਤੁਪਕਾ ਪਾਣੀ ਡਿੱਗਦਾ ਰਵੇ ਨਾ, ਲਗਾਤਾਰ ਡਿੱਗਦਾ ਰਵੇ, ਤੇ ਉਹਦੇ ਵਿੱਚ ਵੀ ਉਹ ਮੋਰੀ ਕਰ ਦਿੰਦਾ, ਛੇਕ ਕਰ ਦਿੰਦਾ। ਰੋਜ਼ ਇਹਨੂੰ ਕਹਿ ਰਹੇ ਨੇ ਤੇਰੇ ਪਿਓ ਨੂੰ ਰੱਬ ਨੇ ਮਾਰਿਆ, ਤੇਰੇ ਪਿਓ ਨੂੰ ਰੱਬ ਨੇ ਮਾਰਿਆ। ਇੱਕ ਦਿਨ ਇੱਕ ਨੇ ਇੱਥੋਂ ਤੱਕ ਕਹਿ ਦਿੱਤਾ, ਆਖਿਆ ਪ੍ਰਹਿਲਾਦ ਸੱਚਮੁੱਚ ਤੇਰੇ ਬਾਪ ਨੂੰ ਰੱਬ ਨੇ ਮਾਰਿਆ, ਪਰਮਾਤਮਾ ਨੇ। ਕਹਿੰਦਾ ਕੀ ਤੁਸੀਂ ਰੋਜ਼ ਮੇਰਾ ਸਿਰ ਖਾਂਦੇ ਹੋ? ਕਹਿੰਦਾ ਨਹੀਂ। ਵਜ਼ੀਰ ਕਹਿੰਦਾ ਸਿਰ ਨਹੀਂ ਖਾ ਰਹੇ ਤੇਰਾ, ਤੈਨੂੰ ਪਤਾ ਹੈ ਨਾ ਪਰਮਾਤਮਾ ਬੇਅੰਤ ਹੈ? ਕਹਿੰਦਾ ਹਾਂ ਮੈਨੂੰ ਪਤਾ ਹੈ। ਤੈਨੂੰ ਪਤਾ ਹੈ ਪਰਮਾਤਮਾ ਸਭ ਕੁਝ ਕਰਨ ਵਾਲਾ ਹੈ, ਆਪ ਕਰਦਾ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ? ਕਹਿੰਦਾ ਹਾਂ ਮੈਨੂੰ ਪਤਾ ਹੈ। ਤੇ ਕਹਿੰਦਾ ਵਜ਼ੀਰ ਕਹਿੰਦਾ ਫਿਰ ਇੱਕ ਗੱਲ ਦੱਸ ਪ੍ਰਹਿਲਾਦ, ਪਰਮਾਤਮਾ ਤੇਰੇ ਪਿਓ ਦੀ ਮੱਤ ਨਹੀਂ ਸੀ ਬਦਲ ਸਕਦਾ? ਵੇਖੋ ਤਰਕ ਕੀ ਚੀਜ਼ ਹੈ। ਤਰਕ ਕਹਿ ਰਿਹਾ ਹੈ, ਤਰਕ ਕਹਾ ਰਿਹਾ ਹੈ ਪ੍ਰਹਿਲਾਦ ਨੂੰ ਕਿ ਪ੍ਰਹਿਲਾਦ ਪਰਮਾਤਮਾ ਤੇਰੇ ਪਿਓ ਦਾ ਦਿਮਾਗ ਬਦਲ ਸਕਦਾ ਸੀ, ਉਹਦੀ ਮੱਤ ਬਦਲ ਸਕਦਾ ਸੀ, ਉਹਨੂੰ ਪੁੱਠੇ ਰਸਤੇ ਤੋਂ ਸਿੱਧੇ ਰਸਤੇ ਤੇ ਪਾ ਸਕਦਾ ਸੀ ਨਾ। ਵੇਖ ਪਰਮਾਤਮਾ ਨੇ ਤੇਰੇ ਪਿਓ ਦੀ ਮੱਤ ਨਹੀਂ ਬਦਲੀ, ਉਹਨੂੰ ਸਿੱਧੇ ਰਸਤੇ ਤੇ ਨਹੀਂ ਪਾਇਆ, ਉਹਦਾ ਕਤਲ ਕਰ ਦਿੱਤਾ, ਉਹਦਾ ਵੱਧ ਕਰ ਦਿੱਤਾ। ਤੇਰੇ ਪਿਓ ਦਾ ਕਾਤਲ ਪਰਮਾਤਮਾ ਹੈ। ਕਹਿੰਦੇ ਬੜਾ ਗੁੱਸਾ ਚੜਿਆ ਪ੍ਰਹਿਲਾਦ ਨੂੰ। ਕਹਿੰਦਾ ਅੱਜ ਛੱਡਣਾ ਨਹੀਂ ਰੱਬ ਨੂੰ। ਪ੍ਰਹਿਲਾਦ ਕਹਿੰਦਾ ਅੱਜ ਨਹੀਂ ਛੱਡਣਾ, ਕਰੋ ਫੌਜਾਂ ਤਿਆਰ। ਸੱਚਮੁੱਚ ਮੇਰੇ ਪਿਓ ਦਾ ਕਾਤਲ ਪਰਮਾਤਮਾ ਹੈ, ਸੱਚਮੁੱਚ। ਵੇਖੋ ਅਸੀਂ ਉੱਥੋਂ ਤੱਕ ਪੜ੍ਹਦੇ ਹਾਂ, ਅਗਲਾ ਇਤਿਹਾਸ ਅਸੀਂ ਬੜਾ ਘੱਟ ਪੜ੍ਹਦੇ ਹਾਂ, ਬੜਾ ਘੱਟ। ਕਿਉਂਕਿ ਸਾਡੀ ਇੱਕ ਆਦਤ ਹੈ, ਅਸੀਂ ਕਹਿੰਦੇ ਹਾਂ ਐਂਡ ਜਿਹੜਾ ਹੈ ਨਾ, ਐਂਡ ਬੜਾ ਸੁਖਦ ਹੋਵੇ, ਚੰਗਾ ਹੋਵੇ, ਅਸੀਂ ਇਹੀ ਸਮਝਦੇ ਹਾਂ ਹਮੇਸ਼ਾ। ਕਹਿੰਦੇ ਪ੍ਰਹਿਲਾਦ ਨੇ ਫੌਜਾਂ ਤਿਆਰ ਕਰ ਲਈਆਂ, ਬੜੀ ਵੱਡੀ ਫੌਜ ਸੀ ਇਹਦੇ ਕੋਲ, ਬੜੀ ਵੱਡੀ ਫੌਜ। ਕਹਿੰਦੇ ਫੌਜਾਂ ਲੈ ਲਈਆਂ, ਆਪ ਅੱਗੇ ਘੋੜੇ ਤੇ ਸਵਾਰ ਹੋ ਕੇ ਚੱਲਿਆ, ਅੱਗੇ ਆਪ ਚੱਲ ਰਿਹਾ, ਪਿੱਛੇ ਫੌਜ, ਇਹਦੇ ਸਾਰੇ ਸੂਰਮੇ ਯੋਧੇ, ਇਹਦੇ ਮੰਤਰੀ ਮਹਿਲਾਂ ਵਿੱਚ ਬੈਠੇ ਹੱਸ ਰਹੇ ਨੇ, ਲੈ ਰੱਬਾ ਤੂੰ ਸਾਨੂੰ ਪਿੱਛੇ ਕੀਤਾ, ਅੱਜ ਅਸੀਂ ਤੇਰਾ ਭਗਤ ਤੇਰੇ ਵਿਰੁੱਧ ਖੜਾ ਕਰਤਾ। ਕਰ ਗੱਲ। ਤਰਕ ਕੀ ਚੀਜ਼ ਹੁੰਦੀ ਹੈ, ਸਮਝ ਰਹੇ ਹੋ ਨਾ ਇਸ ਗੱਲ ਨੂੰ? ਕਹਿੰਦੇ ਪ੍ਰਹਿਲਾਦ ਚੱਲ ਪਿਆ ਅੱਗੋਂ, ਪਰਮਾਤਮਾ ਨੂੰ ਵੀ ਪਤਾ ਲੱਗਿਆ ਕਿ ਮੇਰਾ ਭਗਤ ਮੇਰੇ ਵਿਰੁੱਧ ਆ ਰਿਹਾ ਹੈ। ਹੁਣ ਪਰਮਾਤਮਾ ਆਪਣੇ ਭਗਤ ਦੇ ਵਿਰੁੱਧ, ਇਹ ਨਹੀਂ ਉਹਦੇ ਲਈ ਸੱਤਰ ਮਿੱਤਰ ਕੋਈ ਨਹੀਂ, ਜੇ ਨਹੀਂ ਕਿ ਜੇ ਇਹ ਖਾਸ ਹੈ, ਇਹ ਮੇਰਾ ਵਿਰੋਧੀ ਬਣ ਕੇ ਆ ਗਿਆ ਤੇ ਹੁਣ ਮੈਂ ਵੀ ਇਹਦੇ ਵਿਰੁੱਧ ਹਥਿਆਰ ਚੱਕ ਲਵਾਂ, ਨਹੀਂ। ਕਹਿੰਦੇ ਪਰਮਾਤਮਾ ਨੇ ਨਾ ਆਪਣੇ ਭਗਤ ਨੂੰ ਸਮਝਾਉਣ ਵਾਸਤੇ ਬੁੱਢੇ ਦਾ ਭੇਸ ਧਾਰ ਲਿਆ, ਇੱਕ ਬਜ਼ੁਰਗ ਬਣ ਕੇ ਪਰਮਾਤਮਾ ਆ ਗਿਆ। ਹੱਥ ਵਿੱਚ ਡੰਡਾ ਫੜਿਆ, ਜਿਹਨੂੰ ਖੁੰਡੀ ਕਹਿ ਲਈ ਆਪਾਂ, ਲਸ਼ਟਿਕਾ ਸ਼ਬਦ ਵਰਤਿਆ ਹੈ ਗੁਰਬਾਣੀ ਨੇ। ਡੰਡਾ ਫੜ ਲਿਆ ਹੱਥ ਵਿੱਚ, ਤੇ ਜਿੱਥੋਂ ਫੌਜ ਆ ਰਹੀ ਹੈ ਨਾ ਉੱਥੇ ਅੱਗੇ ਜਾ ਕੇ ਖੜਾ ਹੋ ਗਿਆ। ਪ੍ਰਹਿਲਾਦ ਨੇ ਆਖਿਆ ਬਜ਼ੁਰਗ ਬਾਪੂ ਕਿੱਥੇ ਚੱਲਿਆ? ਕਹਿੰਦਾ ਮੈਂ ਤੇ ਇੱਧਰ ਜਾ ਰਿਹਾ ਸਾਂ, ਅੱਗੋਂ ਤੂੰ ਆ ਗਿਆ, ਅੱਗੋਂ ਤੇਰੀਆਂ ਫੌਜਾਂ ਆ ਗਈਆਂ। ਪ੍ਰਹਿਲਾਦ ਕਹਿੰਦਾ ਬਾਪੂ ਪਾਸੇ ਹੋ ਜਾ, ਮੇਰੀ ਫੌਜ ਇੱਥੋਂ ਲੰਘਣੀ, ਤੈਨੂੰ ਦਰੜ ਕੇ ਲੰਘ ਜਾਏਗੀ ਮੇਰੀ ਫੌਜ। ਬਜ਼ੁਰਗ ਪਤਾ ਕੀ ਕਹਿੰਦਾ? ਪਰਮਾਤਮਾ ਬਜ਼ੁਰਗ ਬਣਿਆ। ਬਜ਼ੁਰਗ ਕਹਿੰਦਾ ਪੁੱਤਰ ਕਿਸ ਪਾਸਿਓਂ ਲੰਘਾਂ? ਜੇ ਮੈਂ ਖੱਬੇ ਪਾਸੇ ਵੇਖ ਰਿਹਾ ਤੇ ਦੂਰ ਤੱਕ ਤੇਰੀ ਫੌਜ ਦਾ ਕੋਈ ਅੰਤ ਨਹੀਂ ਮੈਨੂੰ ਨਜ਼ਰ ਆ ਰਿਹਾ, ਜੇ ਮੈਂ ਸੱਜੇ ਪਾਸੇ ਵੇਖਦਾ ਤੇ ਦੂਰ ਤੱਕ ਕੋਈ ਅੰਤ ਨਹੀਂ ਆ ਰਿਹਾ, ਮੈਨੂੰ ਦੋਨੋਂ ਪਾਸਿਓਂ ਕਿਤੋਂ ਰਾਹ ਨਹੀਂ ਮਿਲਦਾ, ਦੱਸ ਮੈਂ ਕਿੱਥੋਂ ਲੰਘਾਂ, ਕਿੱਥੋਂ ਲੰਘ ਕੇ ਜਾਵਾਂ? ਕਹਿੰਦੇ ਪ੍ਰਹਿਲਾਦ ਨੇ ਦੋਨੋਂ ਪਾਸੇ ਵੇਖਿਆ ਤੇ ਸੱਚਮੁੱਚ ਹੀ ਦੋਨੋਂ ਪਾਸੇ ਫੌਜ ਦਾ ਕੋਈ ਅੰਤ ਹੀ ਨਹੀਂ ਸੀ, ਵੀ ਕਿੱਥੋਂ ਲੰਘ ਕੇ ਜਾਏਗਾ ਬਜ਼ੁਰਗ। ਇੰਨੀ ਦੇਰ ਨੂੰ ਕਹਿੰਦੇ ਬਜ਼ੁਰਗ ਨੇ ਨਾ ਆਪਣੀ ਖੂੰਡੀ ਜਿਹੜੀ ਸੀ ਉਹ ਥੱਲੇ ਸੱਟ ਦਿੱਤੀ, ਉਹ ਲਸ਼ਟਿਕਾ ਜਿਹੜੀ ਹੱਥ ਵਿੱਚ ਫੜੀ ਸੀ ਉਹ ਥੱਲੇ ਸੱਟ ਦਿੱਤੀ। ਆਖਿਆ ਪੁੱਤਰ ਮੈਂ ਬੜਾ ਬੁੱਢਾ ਤੇ ਮੇਰੇ ਕੋਲੋਂ ਝੁਕ ਕੇ ਨਾ ਮੇਰੀ ਖੂੰਡੀ ਫੜੀ ਨਹੀਂ ਜਾਣੀ, ਇਹ ਫੜਾ ਦਿਓ ਮੈਨੂੰ ਤੇ ਮੈਂ ਪਾਸੇ ਹੋ ਜਾਵਾਂ, ਪਾਸਾ ਵੱਟ ਲਵਾਂ, ਤੇਰੀ ਫੌਜ ਲੰਘ ਜਾਏ। ਕਹਿੰਦਾ ਠੀਕ ਹੈ।
ਪ੍ਰਹਿਲਾਦ ਨੇ ਨਾ ਆਪਣੇ ਇੱਕ ਸਿਪਾਹੀ ਨੂੰ ਆਵਾਜ਼ ਮਾਰੀ, ਜਾ ਘੋੜੇ ਤੋਂ ਉਤਰ ਤੇ ਬਾਪੂ ਦੀ ਖੁੰਡੀ ਫੜਾ। ਕਹਿੰਦੇ ਉਹ ਘੋੜੇ ਤੋਂ ਉਤਰਿਆ, ਜਦੋਂ ਖੁੰਡੀ ਚੱਕਣ ਲੱਗਾ ਤੇ ਖੁੰਡੀ ਚੱਕੀ ਨਾ ਜਾਵੇ ਥੱਲੇ, ਉਹ ਲਸ਼ਟਕਾ ਚੱਕੀ ਨਾ ਜਾਵੇ। ਬੜਾ ਜ਼ੋਰ ਲਾਇਆ, ਆਂਦਾ ਜੀ ਮੇਰੇ ਕੋਲੋਂ ਤੇ ਨਹੀਂ ਚੱਕੀ ਜਾ ਰਹੀ, ਇਹਦਾ ਭਾਰ ਹੀ ਬੜਾ ਹੈ। ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਇਹਨੇ ਆਪਣੇ ਬੜੇ ਵੱਡੇ ਵੱਡੇ ਯੋਧੇ ਉਸ ਖੁੰਡੀ ਨੂੰ ਚੱਕਣ ਲਾ ਦਿੱਤੇ। ਕਹਿੰਦੇ ਉਹ ਖੁੰਡੀ ਚੱਕੀ ਨਾ ਜਾਵੇ। ਹਾਰ ਕੇ ਨੇ ਘੋੜੇ ਤੋਂ ਛਾਲ ਮਾਰੀ, ਥੱਲੇ ਉਤਰਿਆ। ਕਹਿੰਦਾ ਇੱਕ ਡੰਡਾ ਨਹੀਂ ਚੱਕਿਆ ਜਾਂਦਾ ਤੁਹਾਡੇ ਤੋਂ। ਪ੍ਰਹਿਲਾਦ ਥੱਲੇ ਉਤਰਿਆ, ਕਹਿੰਦੇ ਉਸ ਖੁੰਡੀ ਨੂੰ ਚੱਕਣ ਲੱਗਾ ਤੇ ਖੁੰਡੀ ਇਹਦੇ ਕੋਲੋਂ ਵੀ ਨਾ ਚੱਕੀ ਗਈ। ਬੜਾ ਜ਼ੋਰ ਲਾਇਆ, ਜਦੋਂ ਚੱਕੀ ਨਾ ਗਈ, ਧਿਆਨ ਨਾਲ ਸੁਣਿਓ, ਜਦੋਂ ਚੱਕੀ ਨਾ ਗਈ ਤੇ ਸਮਝ ਆ ਗਈ, ਸੁਰਤ ਆ ਗਈ ਟਿਕਾਣੇ। ਤਰਕ ਜਿਹੜਾ ਦਿਮਾਗ ਵਿੱਚ ਵੜਿਆ ਸੀ ਉਹ ਬਾਹਰ ਨਿਕਲ ਗਿਆ। ਹੁਣ ਤਰਕ ਦੀ ਜਗ੍ਹਾ ਭਾਵਨਾ ਨੇ ਲੈ ਲਈ। ਖੁੰਡੀ ਨੂੰ ਛੱਡ ਕੇ ਉਸ ਬਜ਼ੁਰਗ ਦੇ ਚਰਨਾਂ ਤੇ ਡਿੱਗ ਪਿਆ। ਕਹਿੰਦਾ ਮੈਂ ਸਮਝ ਗਿਆ ਤੁਸੀਂ ਕੌਣ ਹੋ। ਡਿੱਗ ਪਿਆ ਚਰਨਾਂ ਤੇ, ਮੈਂ ਸਮਝ ਗਿਆ ਕਿ ਤੁਸੀਂ ਮੈਨੂੰ ਸਮਝਾਉਣ ਦੇ ਵਾਸਤੇ ਆਏ। ਜੇ ਭਗਤ ਤੁਹਾਡੇ ਵਿਰੁੱਧ ਖੜਾ ਹੋ ਗਿਆ ਤੇ ਤੁਸੀਂ ਭਗਤ ਦੇ ਵਿਰੁੱਧ ਹਥਿਆਰ ਚੱਕ ਕੇ ਨਹੀਂ ਆ ਗਏ, ਤੁਸੀਂ ਬਿਲਕੁਲ ਆਪਣੇ ਭਗਤ ਨੂੰ ਸਮਝਾਉਣ ਲਈ ਉਸੇ ਤਰੀਕੇ ਦੇ ਨਾਲ ਆਏ, ਚਰਨਾਂ ਤੇ ਡਿੱਗ ਪਿਆ। ਇਹ ਮੈਂ ਤਾਂ ਬੇਨਤੀ ਕਰ ਰਿਹਾ, ਉਹਦਾ ਕੋਈ ਸ਼ਤਰੂ ਨਹੀਂ, ਕੋਈ ਮਿੱਤਰ ਨਹੀਂ। ਇਹ ਨਹੀਂ ਜੇ ਕੋਈ ਮਿੱਤਰ ਵੀ ਸ਼ਤਰੂ ਬਣ ਕੇ ਆ ਗਿਆ ਤੇ ਉਹਦਾ ਸ਼ਤਰੂ ਨਹੀਂ ਬਣਦਾ ਰੱਬ, ਉਹਦਾ ਸ਼ਤਰੂ ਨਹੀਂ ਬਣਦਾ, ਉਹਨੂੰ ਸਮਝਾਉਂਦਾ ਹੈ। ਫਿਰ ਵੀ ਅੱਜ ਦਾ ਜਿਹੜਾ ਬਚਨ ਹੈ ਨਾ, ਆਖਿਆ ਨਿੰਦ ਉਸਤਤ ਜਾਉਣ ਕੇ ਸਮ ਸਤਰ ਮਿੱਤਰ ਨਾ ਕੋਏ। ਹੁਣ ਆ ਪੰਕਤੀ ਧਿਆਨ ਨਾਲ ਸੁਣਿਓ। ਕੌਣ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਏ। ਇਤਿਹਾਸ ਕਹਿੰਦਾ ਹੈ ਕਿ ਪਰਮਾਤਮਾ ਜਿਹੜਾ ਨਾ ਕ੍ਰਿਸ਼ਨ ਰੂਪ ਦੇ ਵਿੱਚ ਆ ਕੇ ਅਰਜੁਨ ਦਾ ਸਾਰਥੀ ਬਣਿਆ। ਇਤਿਹਾਸ ਕਹਿੰਦਾ ਹੈ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੂੰ ਕੀ ਲੋੜ ਪਈ ਸੀ ਕਿਸੇ ਦਾ ਸਾਰਥੀ ਬਣਨ ਦੀ, ਦੱਸੋ। ਸਮਝੋ ਇਸ ਗੱਲ ਨੂੰ। ਤਾਂ ਏਡਾ ਬਿਆਨ ਤੇ ਭਲਿਓ, ਉਹ ਤੇ ਏਡਾ ਬਿਆਨ ਤੇ, ਉਹਨੂੰ ਕੀ ਲੋੜ ਪਈ ਕਿਸੇ ਦਾ ਸਾਰਥੀ ਬਣ ਕੇ ਉਹਦੇ ਘੋੜੇ ਹਿੱਕਦਾ ਫਿਰੇ, ਉਹਦੇ ਘੋੜੇ ਦੀਆਂ ਲਗਾਮਾਂ ਫੜ ਕੇ ਅੱਗੇ ਬੈਠਾ ਰਵੇ, ਉਹਨੂੰ ਕੀ ਲੋੜ ਪਈ ਹੈ। ਸਮਝ ਰਹੇ ਹੋ ਇਸ ਗੱਲ ਨੂੰ। ਉਹਦੀ ਬੇਅੰਤਤਾ ਦਰਸਾਈ ਹੈ ਪਰਮਾਤਮਾ ਦੀ। ਗੁਰੂ ਸਾਹਿਬ ਨੇ ਜ਼ਿਕਰ ਕੀਤਾ ਆਪਣੀ ਬਾਣੀ ਦੇ ਅੰਦਰ ਪਰਮਾਤਮਾ ਦੀ ਬੇਅੰਤਤਾ ਦਾ। ਉਦੋਂ ਨੇ ਆਖਿਆ ਕਿ ਕ੍ਰਿਸ਼ਨ ਵਰਗੇ, ਵੈਸੇ ਸ਼ਬਦ ਕੀੜੇ ਵਰਤਿਆ ਜੇ ਉੱਥੇ, ਪਤਾ ਨਹੀਂ ਕਿੰਨੇ ਕੁ ਪਰਮਾਤਮਾ ਨੇ ਪੈਦਾ ਕੀਤੇ, ਤਬਾਹ ਕਰ ਦਿੱਤੇ, ਫਿਰ ਪੈਦਾ ਕੀਤੇ, ਫਿਰ ਫਨਾਹ ਕਰ ਦਿੱਤੇ। ਉਸ ਪਰਮਾਤਮਾ ਨੇ ਉਹਦੇ ਅੰਦਰ ਅੱਜ ਵੀ ਸਮਰੱਥਾ, ਪਤਾ ਨਹੀਂ ਕਿੰਨੇ ਕੁ ਇਹੋ ਜਿਹੇ ਪੈਗੰਬਰ ਔਲੀਏ ਪੈਦਾ ਕਰਕੇ ਉਹਨਾਂ ਨੂੰ ਫਨਾਹ ਕਰ ਸਕਦਾ ਹੈ। ਉਹਨੂੰ ਕੀ ਲੋੜ ਪਈ ਸੀ ਉਹਦਾ ਸਾਰਥੀ ਬਣ ਕੇ ਉਹਦੇ ਘੋੜੇ ਹਿੱਕਦਾ ਫਿਰੇ। ਦੇਖੋ ਕਿੱਡੇ ਬੜੀ ਛੋਟੀ ਜੀ ਗੱਲ ਵਿੱਚ ਬੜਾ ਵੱਡਾ ਅਰਥ ਗੁਰੂ ਸਾਹਿਬ ਕਰ ਗਏ। ਬੜੀ ਛੋਟੀ ਜੀ ਗੱਲ ਵਿੱਚ ਉਹਨੂੰ ਕੀ ਲੋੜ ਪਈ ਸੀ, ਜਿਹੜਾ ਬੇਅੰਤ ਹੈ, ਜਿਹੜਾ ਇਹਨਾਂ ਸਾਰਿਆਂ ਨੂੰ ਬਣਾ ਕੇ ਖਤਮ ਕਰਨ ਵਾਲਾ ਹੈ। ਕਹਿੰਦੇ ਕੌਣ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਏ। ਉਹਨੂੰ ਕੀ ਲੋੜ ਪਈ ਸੀ। ਅਗਲੇ ਬੋਲ ਕਹਿੰਦੇ ਉਹ ਪਰਮਾਤਮਾ ਇੰਨਾ ਬੇਅੰਤ ਤੇ ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ। ਉਹ ਮੁਕੰਦ ਜਿਹੜਾ ਪਰਮਾਤਮਾ ਹੈ ਨਾ, ਕਹਿੰਦੇ ਨਾ ਉਹਦੀ ਤਾਤ ਹੈ, ਉਹਦਾ ਤਾਤ ਹੈ ਨਾ ਮਾਤ ਹੈ। ਤਾਤ ਪਿਤਾ ਨੂੰ ਕਹਿੰਦੇ ਨੇ, ਮਾਤ ਮਾਤਾ ਨੂੰ ਕਹਿੰਦੇ। ਨਾ ਉਹਦਾ ਬਾਪ ਹੈ ਨਾ ਮਾਂ ਹੈ, ਨਾ ਉਹਦੀ ਕੋਈ ਜ਼ਾਤ ਹੈ, ਨਾ ਪੁੱਤਰ ਹੈ ਉਹਦਾ ਕੋਈ, ਨਾ ਪੋਤਰਾ ਹੈ ਉਹਦਾ ਕੋਈ ਵੀ ਨਹੀਂ, ਕੁਝ ਵੀ ਨਹੀਂ ਹੈ। ਨਾ ਉਹਦੀ ਜ਼ਾਤ ਹੈ ਨਾ ਪਾਤ ਹੈ, ਚੱਕਰ ਚਿਹਨ ਅਰ ਵਰਨ। ਅਸੀਂ ਇਹੀ ਪੜ੍ਹਦੇ ਹਾਂ ਨਾ, ਇਹ ਤੇ ਸਭ ਕੁਝ ਹੀ ਇੱਥੇ ਗੁਰੂ ਗੋਬਿੰਦ ਸਿੰਘ ਨੇ ਖਤਮ ਕਰ ਦਿੱਤਾ। ਚੱਕਰ ਚਿਹਨ ਅਰ ਵਰਨ, ਜ਼ਾਤ ਅਰ ਪਾਤ ਨਹਿਨ ਜਿਹ, रूप रंग अर रेख भेख को कह न सकत कह, अचल मूर्त अनभव प्रकाश मितोज कहिजै, कोट इंद्र इंद्रान शाह शाहान गणिजै, त्रिभवन महीप सुर नर असुर नेत नेत बन त्रिन कहत तब सर्ब नाम कथै, कवन कर्म नाम वर्णत सुमत। ਉਹਦੀ जात पात रूप रंग रेख भेख कुछ भी नहीं है। आख्या तात मात ना जात जाकर पुत्र पौत्र मुकंद। उस मुकंद परमात्मा जिहड़ा आनंद दी जड़ है ना ਉਹਦੀ मां है ना ਉਹਦਾ बाप है ना ਉਹਦਾ पुत्र है ना पोतरा, ਉਹਦਾ कोई भी नहीं, कुछ भी नहीं है। फिर पता की क्या कहते, कौन काज कहाएंगे ते आन देवक नंद। कहते फिर तू देवकी दा नंद बन के देवकी दा पुत्र बन के आके की लेना सी दस, जे तेरा कोई बाप नहीं मां नहीं कुछ भी नहीं तेरा, तो तू किसी का पुत्र बन के की लैन आना सी दस। समझ रहे हो। गुरु गोबिंद सिंह का जो बचन पढ़ते हैं ना, जदों परमात्मा नाल मिलाप होया, परमात्मा नाल बचन विलास होए, परमात्मा ने आख्या सी मैं अपना सुत तोहे निवाजा, पंथ परचुर करबे को साजा, जा तहां दै धर्म चलाओ कबुद्ध करन दे लोग हटाओ। क्या सी ना, पर यह परमात्मा दे बोल ने।
ਅਕਾਲ ਪੁਰਖ ਬਾਚ ਸ਼ਬਦ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਦੇ ਅੱਗੇ, ਅਕਾਲ ਪੁਰਖ ਬਾਚ, ਕਿ ਵਾਹਿਗੁਰੂ ਪਰਮਾਤਮਾ ਇਹ ਕਹਿ ਰਿਹਾ। ਉੱਥੇ ਇਹ ਜ਼ਿਕਰ ਕੀਤਾ ਸੀ ਪਹਿਲਾਂ ਕਿ ਮੈਂ ਸਭ ਨੂੰ ਭੇਜਿਆ, ਕ੍ਰਿਸ਼ਨ ਨੂੰ ਭੇਜਿਆ, ਰਾਮ ਨੂੰ ਭੇਜਿਆ, ਸਭ ਨੇ ਆਪਣੇ ਆਪਣੇ ਰਾਹ ਚਲਾ ਲਏ, ਆਪਣੇ ਆਪ ਨੂੰ ਰੱਬ ਖਵਾਉਣ ਲੱਗ ਪਏ ਸਾਰੇ। ਇਹ ਬਚਨ ਇੱਥੇ ਕਹਿ ਰਹੇ ਨੇ ਗੁਰੂ ਸਾਹਿਬ, ਕਹਿੰਦੇ ਪਰਮਾਤਮਾ ਜਿਹਦਾ ਕੋਈ ਨਹੀਂ, ਉਹਨੂੰ ਕੀ ਲੋੜ ਪਈ ਕਿਸੇ ਦਾ ਪੁੱਤਰ ਬਣ ਕੇ ਜਾ ਕੇ ਬੈਠ ਜਾਏ। ਉਹ ਪਰਮਾਤਮਾ ਨੇ ਭੇਜਿਆ ਇੱਕ, ਉਹ ਪਰਮਾਤਮਾ ਨਹੀਂ ਹੈ। ਇਹ ਕਹਿ ਰਹੇ ਨੇ ਇੱਥੇ, ਕਹਿ ਰਹੇ ਨੇ ਕਿ ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ, ਕੌਣ ਕਾਜ ਕਹਾਹੇਗੇ ਧਿਆਨ ਦੇਵਕ ਨੰਦ। ਕੀ ਫਾਇਦਾ, ਕੀ ਪਰਮਾਤਮਾ ਕਿਉਂ ਆਏਗਾ, ਕਿਹੜੇ ਨੇ ਕਾਰਜ ਸਨ ਜਿਹੜੇ ਕਰਨੇ ਸਨ? ਨਹੀਂ, ਪਰਮਾਤਮਾ ਬੇਅੰਤੀ ਉਹਨੇ ਬਣਾਇਆ ਹੈ ਇਹਨਾਂ ਨੂੰ, ਸਭ ਦੇਵੀ ਦੇਵਤਿਆਂ ਨੂੰ, ਸਭ ਨੂੰ ਉਹਨੇ ਸਾਜਿਆ ਹੈ ਤੇ ਨਾਸ਼ ਵੀ ਉਹਨੇ ਆਪ ਕੀਤਾ। ਅਖੀਰਲੇ ਬੰਦ ਵਿੱਚ ਗੁਰੂ ਸਾਹਿਬ ਨੇ ਆਖਿਆ, ਦੇਵ ਦੈਂਤ ਦਿਸ਼ਾ ਵਿਸ਼ਾ ਜਿਹ ਕੀਨ ਸਰਬ ਪਸਾਰ। ਭਾਈਓ, ਪਰਮਾਤਮਾ ਜਿਹਨੇ ਦੇਵਤੇ ਵੀ ਬਣਾਏ, ਜਿਹਨੇ ਦੈਂਤ ਵੀ ਬਣਾਏ, ਜਿਹਨੇ ਸਾਰੀਆਂ ਦਿਸ਼ਾਵਾਂ, ਇਹ ਸਾਰਾ ਪਸਾਰਾ ਜਿਸ ਪਰਮਾਤਮਾ ਨੇ ਕੀਤਾ ਹੈ। ਦੇਵ ਦੈਂਤ ਦਿਸ਼ਾ ਵਿਸ਼ਾ ਜਿਹ ਕੀਨ ਸਰਬ ਪਸਾਰ, ਜਿਹਨੇ ਸਾਰਾ ਪਸਾਰਾ ਕੀਤਾ ਹੈ। ਕੌਣ ਉਪਮਾ ਤੌਣ ਕੋ ਮੁਖ ਲੇਤ ਨਾਮ ਮੁਰਾਰ। ਮੁਰਾਰ ਜਿਹਨੇ ਮੁਰਾ ਨਾਮੀ ਦੈਂਤ ਨੂੰ ਮਾਰਿਆ, ਉਹਨੂੰ ਮੁਰਾਰ ਕਿਹਾ ਗਿਆ। ਕਹਿੰਦੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਆਖਿਆ, ਜੇ ਉਹਨੂੰ ਮੁਰਾਰ ਕਹਿ ਲਵਾਂਗੇ ਤੇ ਕੀ ਉਹਦੀ ਉਪਮਾ, ਕਿੱਡੀ ਕੁ ਉਪਮਾ ਹੋ ਜਾਏਗੀ ਉਸ ਪਰਮਾਤਮਾ ਦੀ। ਉਹ ਤੇ ਉਪਮਾ ਤੋਂ ਬੇਅੰਤ ਏ। ਜੇ ਅਸੀਂ ਕਵਾਂਗੇ ਉਹਨੇ ਮੁਰਾ ਦੈਤ ਨੂੰ ਮਾਰ ਦਿੱਤਾ, ਵੀ ਕ੍ਰਿਸ਼ਨ ਨੇ ਮਾਰਿਆ ਸੀ ਮੁਰਾ ਨਾਮੀ ਦੈਤ ਨੂੰ, ਤਾਂ ਉਹਨੂੰ ਮੁਰਾਰ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਪਰਮਾਤਮਾ ਨੂੰ ਮੁਰਾਰ ਕਹਿ ਲੋਗੇ ਤੇ ਕਿੱਡੀ ਕੁ ਉਹਦੀ ਉਪਮਾ ਹੋ ਜਾਏਗੀ। ਭਲੇ ਮੁਰਾ ਕਹਿਣ ਨਾਲੋਂ ਵੱਡਾ ਨਹੀਂ ਹੋ ਜਾਣਾ, ਉਹ ਤੇ ਵੱਡਾ ਹੈ, ਉਹ ਤੇ ਬੇਅੰਤ ਹੈ। ਇੱਥੇ ਅਸਲ ਦੇ ਅੰਦਰ ਨਾ ਅੱਜ ਦਾ ਜਿਹੜਾ ਸ਼ਬਦ ਹੈ ਨਾ, ਕੇਵਲ ਕਾਲ ਹੀ ਕਰਤਾਰ, ਕਾਲ ਹੀ ਕਰਤਾਰ, ਕਰਤਾਰ ਹੀ ਕਾਲ ਹੈ ਤੇ ਕਾਲ ਹੀ ਕਰਤਾਰ ਹੈ। ਕਰਤਾਰ ਸਭ ਦਾ ਕਾਲ ਹੈ, ਉਹ ਕਰਤਾਰ ਜਿਹੜਾ ਉਹ ਸਭ ਦਾ ਕਾਲ ਹੈ। ਆਦ ਅੰਤ ਅਨੰਤ ਮੂਰਤ ਗੜਨ ਭੰਜਨਹਾਰ। ਉਹ ਆਦ ਤੋਂ ਲੈ ਕੇ ਅੰਤ ਤੱਕ ਜਿੰਨੀਆਂ ਮੂਰਤਾਂ ਉਸ ਪਰਮਾਤਮਾ ਨੇ ਬਣਾਈਆਂ ਨੇ ਨਾ, ਉਹ ਸਾਰੀਆਂ ਨੂੰ ਬਣਾਉਣ ਵਾਲਾ, ਗੜਨ ਵਾਲਾ ਤੇ ਸਾਰੀਆਂ ਨੂੰ ਭੰਨਣ ਵਾਲਾ ਵੀ ਪਰਮਾਤਮਾ ਆਪ ਹੈ। ਭਾਵੇਂ ਉਹਦੇ ਵਿੱਚ ਦੇਵੀ ਦੇਵਤੇ ਨੇ, ਔਲੀਏ ਨੇ, ਪੈਗੰਬਰ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਅਖਵਾ ਲਿਆ, ਪਰਮਾਤਮਾ ਅਖਵਾ ਲਿਆ, ਉਹ ਵੀ ਉਹਦੇ ਵਿੱਚ ਮੌਜੂਦ ਹਨ, ਉਹ ਕਿਤੇ ਬਾਹਰ ਹੀ ਨਹੀਂ। ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਆਖਿਆ, ਭਾਈ ਉਹ ਜਿਹੜਾ ਪਰਮਾਤਮਾ ਇਹਨਾਂ ਨੂੰ ਬੇਅੰਤ ਹੈ ਤੇ ਉਹਨੂੰ ਇੱਥੋਂ ਤੱਕ ਸੀਮਤ ਨਾ ਕਰ ਦਈਏ, ਇੱਥੋਂ ਤੱਕ ਸੀਮਤ ਨਾ ਕਰ ਦਈਏ ਉਹਨੂੰ ਕਿ ਹਾਂ ਪਰਮਾਤਮਾ ਆਹ ਦੇਵਤਾ ਸੀ ਜਾਂ ਆਹ ਦੇਵਤਾ ਸੀ। ਨਹੀਂ, ਸੱਚੇ ਪਾਤਸ਼ਾਹ ਕਹਿੰਦੇ, ਭਲਿਓ ਉਹ ਇਹਨਾਂ ਸਾਰਿਆਂ ਨੂੰ ਬਣਾ ਕੇ, ਇਹਨਾਂ ਸਾਰਿਆਂ ਨੂੰ ਭੰਨਣ ਵਾਲਾ ਹੈ, ਇਹਨਾਂ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਸੋ ਸਤਿਗੁਰੂ ਰਹਿਮਤ ਕਰਨ, ਸਮਾਂ ਸਮਾਪਤ ਹੈ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਗੁਰ ਸ਼ਬਦ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰੋ। ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।